ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ। 1922 ਈਸਵੀ ਦੇ ਹੋਲੇ ਤੇ ਸੰਗਤਾਂ ਸਮੇਤ ਆਪ ਆਨੰਦਪੁਰ ਸਾਹਿਬ ਚਲੇ ਗਏ। ਉਧਰੋਂ ਮਾਝੇ ਦੀ ਧਰਤੀ ਦੇ ਵਸਨੀਕ ਬਤਾਲੀ ਨਗਰ ਦੇ ਸੰਤ ਈਸਰ ਸਿੰਘ ਜੀ ਵੀ ਸੰਗਤਾਂ ਸਮੇਤ ਆਏ। ਸੰਤ ਮਹਾਰਾਜ ਜੀ ਗੁਰਸਥਾਨਾਂ ਦੇ ਦਰਸ਼ਨ ਕਰਕੇ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ ਗਿਆਨ ਵਾਲਿਆਂ ਦੇ ਸਥਾਨ ਤੇ ਪੁੱਜੇ। ਮਗਰੋਂ ਹੀ ਬਾਬਾ ਈਸਰ ਸਿੰਘ ਜੀ ਪਹੁੰਚ ਗਏ। ਨਾਲ ਦੀ ਸੰਗਤ ਬਹੁਤ ਹੈਰਾਨ ਸੀ ਕਿ ਅੱਜ ਸੰਤ ਕਿਸ ਪਾਸੇ ਜਾ ਰਹੇ ਹਨ। ਜਦੋਂ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਦਰਸ਼ਨ ਕੀਤੇ ਤਾਂ ਦੌੜ ਕੇ ਚਰਨਾਂ ਤੇ ਜਾ ਡਿੱਗੇ। ਰੱਬ ਮਿਲ ਗਿਆ, ਰੱਬ ਮਿਲ ਗਿਆ, ਮਸਤੀ ਵਿੱਚ ਆ ਕੇ ਉੱਚੀ ਉੱਚੀ ਬੋਲਣ ਲੱਗ ਪਏ। 4 ਦਿਨ ਹੋ ਗਏ ਰੱਬ ਨੂੰ ਲੱਭਦਿਆਂ, ਅੱਜ ਰੱਬ ਮਿਲ ਗਿਆ। ਨੇਤਰ ਦ੍ਰਿਸ਼ਟੀ ਪਾਈ ਤਾਂ ਦੋਨੋਂ ਨਿਹਾਲ ਹੋ ਗਏ। ਸਦੀਵੀ ਮਿਲਾਪ ਹੋ ਗਿਆ। ਸੰਗਤ ਨੂੰ ਕਿਹਾ, ਸੰਗਤ ਜੀ ਇਹ ਰੱਬ ਹੈ ਜਿਸ ਦੀ ਮੈਂ ਭਾਲ 4 ਦਿਨਾਂ ਤੋਂ ਮੇਲੇ ਵਿੱਚ ਕਰ ਰਿਹਾ ਸਾਂ। ਕਬੀਰ ਜਹ ਜਹ ਹਉ ਫਿਰਿਓ, ਕੌਤਕ ਠਾਉ ਠਾਏ, ਏਕ ਰਾਮ ਸਨੇਹੀ ਬਾਹਰਾ, ਊਜਰ ਮੇਰਾ ਪਾਏ। ਸੰਤਾਂ ਦੇ ਪਾਸ ਸੰਗਤ ਸਮੇਤ ਸੰਤ ਈਸਰ ਸਿੰਘ ਜੀ ਨੇ ਨੀਲੀ ਛੱਤ ਹੇਠ ਧਰਤੀ ਤੇ ਆਰਾਮ ਕੀਤਾ। ਅੰਮ੍ਰਿਤ ਵੇਲੇ ਹਜੂਰ ਸਵਖਤੇ ਉੱਠੇ, ਸਭਨਾਂ ਦੇ ਸੁੱਤਿਆਂ ਚਾਲੇ ਪਾ ਦਿੱਤੇ। ਬੇੜੀਆਂ ਰਾਹੀਂ ਕਰੀਮਪੁਰ ਦਰਿਆ ਦਾ ਪਤਨ ਪਾਰ ਕਰਕੇ ਸ਼ਹੀਦੀ ਬਾਗ ਚੋਂ ਦੁਆਬੇ ਵੱਲ ਹੁਸ਼ਿਆਰਪੁਰ ਪੈਦਲ ਹੀ ਲੰਗੇਰੀ ਨਗਰ ਦੇ ਗੁਰਦੁਆਰੇ ਆ ਪਹੁੰਚੇ। ਦਿਨ ਚੜੇ ਸੰਤ ਈਸਰ ਸਿੰਘ ਜੀ ਤੇ ਨਾਲ ਦੀ ਸੰਗਤ ਇਸ਼ਨਾਨ ਆਦਿ ਕਰਕੇ ਸੰਤਾਂ ਨੂੰ ਤੱਕਣ ਲੱਗੀ, ਪਰ ਸੰਤ ਜੀ ਮਹਾਰਾਜ ਅਲੋਪ ਸਨ। ਸੰਤ ਬੋਲੇ, ਸੰਗਤ ਜੀ ਛੇਤੀ ਕਰੋ, ਰੱਬ ਗਵਾਚ ਗਿਆ ਹੈ, ਰੱਬ ਗੁੰਮ ਹੋ ਗਿਆ ਹੈ, ਚਲੋ ਭਾਲ ਕਰੀਏ। ਅਨੁਮਾਨ ਲਾ ਕੇ ਸੰਗਤ ਸਮੇਤ ਸੰਤ ਈਸਰ ਸਿੰਘ ਜੀ ਨੇ ਗੜ੍ਹ ਸ਼ੰਕਰ ਵਿੱਚ ਦੀ ਲੰਗੇਰੀ ਆ ਸੰਤਾਂ ਨੂੰ ਫਤਿਹ ਬੁਲਾਈ। ਰੱਬ ਜੀ ਜਿਤਨਾ ਮਰਜ਼ੀ ਭੱਜ ਲਵੋ, ਹੁਣ ਤੁਹਾਨੂੰ ਭੱਜਣ ਨਹੀਂ ਦੇਵਾਂਗਾ। ਗਲ ਲੱਗ ਕੇ ਮਿਲੇ, ਪਰਸ ਬੜਾ ਪਿਆਰ ਕੀਤਾ। ਸਾਰੀ ਸੰਗਤ ਸਮੇਤ ਰਾਤ ਪ੍ਰਸ਼ਾਦਾ ਛਕ ਕੇ ਆਰਾਮ ਕੀਤਾ। ਸਵੇਰ ਨੂੰ ਸਾਰੇ ਹਰਖੋਵਾਲ ਸੰਤਾਂ ਦੀ ਕੁਟੀਆਂ ਵੱਲ ਆ ਗਏ। ਇੱਥੇ ਲੰਗਰ ਤਿਆਰ ਕਰਕੇ ਸੰਗਤ ਸਮੇਤ ਛਕਿਆ। ਬਾਬਾ ਈਸਰ ਸਿੰਘ ਸੰਤਾਂ ਦਾ ਪਿਆਰ ਦੇਖ ਕੇ 2 ਦਿਨ ਠਹਿਰੇ। ਫਿਰ ਸੰਤਾਂ ਤੋਂ ਆਗਿਆ ਲੈ ਕੇ ਸੰਗਤ ਸਮੇਤ ਮਾਝੇ ਵੱਲ ਚਾਲੇ ਪਾ ਦਿੱਤੇ। ਆਪ ਨਸਰਾਲੇ ਸਟੇਸ਼ਨ ਤੱਕ ਨਾਲ ਗਏ। ਜਲੰਧਰ ਜਾਣ ਵਾਲੀ ਗੱਡੀ ਆਈ। ਸੰਤ ਜੀ ਅਸਵਾਰ ਹੋ ਗਏ। ਹਜੂਰ ਬਾਬਾ ਜੀ ਨੂੰ ਫਤਿਹ ਬੁਲਾ ਪਰਸਪਰ ਨਮਸਕਾਰ ਕਰਕੇ ਵਾਪਸ ਡੇਰੇ ਆ ਗਏ। ਫਿਰ ਕੁਝ ਚਿਰ ਬਾਅਦ ਇੱਥੋਂ ਬਾਬੇ ਬਕਾਲੇ ਦਰਸ਼ਨ ਕਰਦੇ ਹੋਏ ਸੰਤ ਜੀ ਬਤਾਲੇ ਗਏ। ਬਾਬਾ ਈਸਰ ਸਿੰਘ ਜੀ ਨੂੰ ਮਿਲੇ। ਉਹ ਬੜੇ ਪ੍ਰਸੰਨ ਹੋਏ। ਸੰਗਤ ਸਮੇਤ ਰਹਿائش ਕਰਵਾਈ। ਲੰਗਰ ਛਕਾ ਕੇ ਬੇਨਤੀ ਕੀਤੀ, ਰੱਬ ਜੀ ਹੁਣ ਤੁਸੀਂ ਇੱਥੇ ਹੀ ਰਹੋ ਜਾਂ ਸਾਨੂੰ ਆਪਣੇ ਨਾਲ ਲੈ ਚੱਲੋ। ਮਹਾਂਪੁਰਸ਼ਾਂ ਨੇ ਨੇਤਰ ਬੰਦ ਕਰਕੇ ਧਿਆਨ ਨਾਲ ਅਕਾਲ ਪੁਰਖ ਤੋਂ ਆਗਿਆ ਲੈ ਕੇ ਨਾਲ ਚੱਲਣ ਵਾਸਤੇ ਬੇਨਤੀ ਕਰ ਦਿੱਤੀ। ਬਾਬਾ ਈਸਰ ਸਿੰਘ ਜੀ ਦੇ ਪਾਸ ਜੋ ਖਾਸ ਪ੍ਰੇਮੀ ਰਹਿੰਦੇ ਸਨ, ਉਹਨਾਂ ਵਿੱਚੋਂ ਮਾਈ ਰਾਧੋ ਬਾਬਾ ਜੀ ਦੀ ਹਜ਼ੂਰੀ ਵਿੱਚ ਕਿਸੇ ਵਾਰਤਕ ਪੁਸਤਕ ਦੀ ਕਥਾ ਕਰਦੀ, ਸੰਗਤ ਸੁਣਦੀ। ਉਹ ਤੇ ਹੋਰ 1-2 ਪ੍ਰੇਮੀ ਬਾਬਾ ਈਸਰ ਸਿੰਘ ਜੀ ਨਾਲ ਪੱਕੇ ਹੀ ਡੇਰੇ ਸੰਤਗੜ੍ਹ ਹਰਖੋਵਾਲ ਆ ਟਿਕੇ। ਸੰਗਤਾਂ ਵੀ ਸੰਤ ਜੀ ਮਹਾਰਾਜ ਵਾਂਗ ਸਤਿਕਾਰ ਕਰਦੀਆਂ। ਆਪ ਵੀ ਮਹਾਰਾਜ ਪੂਰਨ ਪੁਰਖ ਜਾਣ ਕੇ ਪ੍ਰੇਮ ਕਰਦੇ। ਦੋਵਾਂ ਮਹਾਂਪੁਰਖਾਂ ਦੇ ਸਰੀਰ 2 ਸਨ, ਪਰ ਅੰਦਰੋਂ ਜੋਤ ਇੱਕ ਸੀ। ਦੋਵੇਂ ਵਾਕ ਸਿੱਧੀ ਵਾਲੇ ਤਤ ਬੇਤਾ ਬ੍ਰਹਮ ਗਿਆਨੀ ਸਨ। ਆਖਰੀ ਸਵਾਸਾਂ ਤੱਕ ਉਹਨਾਂ ਇੱਕ ਰਸ ਨਿਭਾ ਦਿੱਤੀ। ਤੀਜਾ ਕਾਂਡ। ਤਨੂਲੀ ਨਗਰ ਦੀ ਬੀਬੀ ਅਮਰ ਕੌਰ ਉੱਤੇ ਸੰਤਾਂ ਦੀ ਕਿਰਪਾ। ਤਨੂਲੀ ਨਗਰ ਸੰਤਗੜ੍ਹ ਡੇਰੇ ਤੋਂ 3 ਮੀਲ ਦੇ ਫਾਸਲੇ ਤੇ ਨਜ਼ਦੀਕ ਹੀ ਹੈ। ਇਸ ਨਗਰ ਦੇ ਕਾਫੀ ਪ੍ਰੇਮੀ ਸੰਤ ਸੇਵੀ ਤੇ ਮਹਾਰਾਜ ਦੇ ਸ਼ਰਧਾਲੂ ਹਨ। ਹਫ਼ਤੇ ਬਾਅਦ ਲੰਗਰ ਵਾਸਤੇ ਆਟਾ, ਦਾਲਾਂ ਤੇ ਹੋਰ ਸਮੱਗਰੀ ਲੈ ਕੇ ਆਉਂਦੇ ਸਨ। ਡੇਰੇ ਆ ਕੇ ਸਾਰੇ ਪ੍ਰੇਮੀ ਪ੍ਰਸ਼ਾਦਾ ਤਿਆਰ ਕਰਕੇ ਸੰਗਤ ਨੂੰ ਵਰਤਾਉਂਦੇ। ਇੱਥੇ ਹੀ ਬੰਤਾ ਸਿੰਘ ਦੀ ਛੋਟੀ ਭੈਣ ਬੀਬੀ ਅਮਰ ਕੌਰ ਮਹਾਰਾਜ ਦੇ ਦਰਸ਼ਨਾਂ ਨੂੰ ਆਈ। ਇਹ ਸਰਦਾਰ ਖੁਸ਼ਹਾਲ ਸਿੰਘ ਦੀ ਆਗਿਆ ਨਾਲ ਹਰ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰਦੀ ਸੀ। ਹੋਰ ਬਾਣੀਆਂ ਦੇ ਨਿਤਨੇਮ ਵੀ ਯਾਦ ਕਰ ਲਿਆ ਸੀ। ਹੌਲੀ ਹੌਲੀ ਸੰਤ ਜੀ ਮਹਾਰਾਜ ਨਾਲ ਇਸ ਦਾ ਅਤਿਅੰਤ ਪ੍ਰੇਮ ਹੋ ਗਿਆ।
ਮਹਾਰਾਜ ਸੰਗਤ ਸਮੇਤ ਇਸ ਬੀਬੀ ਦੇ ਘਰ ਆਪ ਜਾ ਕੇ ਨੀਂਹ ਪੱਥਰ ਰੱਖ ਕੇ ਗੁਫਾ ਬਣਾ ਆਏ, ਜਿਸ ਦੇ ਅੰਦਰ ਹਰ ਸਮੇਂ ਭਜਨ ਸਿਮਰਨ ਕਰਿਆ ਕਰੇ। ਥੋੜ੍ਹਾ ਖਾਣਾ, ਥੋੜ੍ਹਾ ਸੌਣਾ, ਥੋੜ੍ਹਾ ਬੋਲਣਾ ਅਤੇ ਇਕਾਂਤ ਰਹਿਣਾ, ਇਹਨਾਂ 4 ਗੱਲਾਂ 'ਤੇ ਪਹਿਰਾ ਦਿੰਦਿਆਂ ਜੀਵਨ ਬਤੀਤ ਕਰਦੀ ਸੀ। 24 ਘੰਟਿਆਂ 'ਚੋਂ 2-3 ਘੰਟੇ ਹੀ ਆਰਾਮ ਕਰਦੀ, ਬਾਕੀ ਸਮਾਂ ਸੇਵਾ ਸਿਮਰਨ 'ਤੇ ਬਿਤਾਉਣ ਲੱਗੀ। ਸੰਤਾਂ ਦੀ ਆਗਿਆ ਪਾ ਕੇ ਘਰ ਵਿੱਚ 3 ਮੱਝਾਂ ਰੱਖ ਲਈਆਂ ਸਨ। ਦੁੱਧ ਚੋ ਕੇ ਸੰਤਗੜ੍ਹ ਹਰਖੋਵਾਲ ਡੇਰੇ ਦੇ ਲੰਗਰ ਵਾਸਤੇ ਲਿਆਉਂਦੀ ਤੇ ਆਟਾ ਪੀਸ ਕੇ ਕੜਾਹ ਪ੍ਰਸਾਦ ਦੀ ਦੇਗ ਵਾਸਤੇ ਰਸਦ ਤਿਆਰ ਕਰਦੀ। ਇੱਕ ਸਿੰਘ ਦੀ ਰੋਜ਼ ਦੁੱਧ ਲਿਆਉਣ ਦੀ ਸੇਵਾ ਲਾ ਦਿੱਤੀ। ਤਨੂਲੀ ਤੋਂ ਗਿਆਨੀ ਰਣਜੋਤ ਸਿੰਘ ਜੀ ਅਤੇ ਸਰਨ ਸਿੰਘ ਜੀ ਆਪ ਬਹੁਤ ਸਮਾਂ ਦੁੱਧ ਲਿਆਉਂਦੇ ਰਹੇ। ਫਿਰ ਰੋਜ਼ ਦੀ ਮਣ ਕੱਚੀ ਕਣਕ ਜਾਂ ਪੱਕੀ ਪੀਸਣ ਦੀ ਸੇਵਾ ਲਾ ਦਿੱਤੀ। ਜਿੰਨਾ ਚਿਰ ਡੇਰੇ ਸੰਤਗੜ੍ਹ ਹਰਖੋਵਾਲ ਖਰਾਸ ਨਹੀਂ ਸੀ ਲੱਗਾ, ਉਹਨਾਂ ਚਿਰ ਇਹ ਸੇਵਾ ਆਟਾ ਪੀਸਣ ਦੀ ਨਿਭਾਉਂਦੀ ਰਹੀ। ਇਹਨਾਂ ਹੀ ਦਿਨਾਂ ਵਿੱਚ ਹੋਲਾ ਮਹੱਲਾ ਅਨੰਦਪੁਰ ਸਾਹਿਬ ਆ ਗਿਆ। ਹਜ਼ੂਰ ਹਰ ਸਾਲ ਵਾਂਗ ਇਸ ਵਾਰ ਸੰਗਤ ਸਮੇਤ ਗੱਡਿਆਂ ਉੱਪਰ ਲੰਗਰ ਦਾ ਸਮਾਨ ਤੇ ਵੱਡੇ ਵੱਡੇ ਦੇਗਚੇ ਆਦਿਕ ਲੰਗਰ ਤਿਆਰ ਕਰਨ ਵਾਲੇ ਬਰਤਨ ਰੱਖ ਕੇ ਚੱਲ ਪਏ। 3 ਦਿਨ ਲਗਾਤਾਰ 24 ਘੰਟੇ ਲੰਗਰ ਵਰਤਿਆ ਤੇ ਫਿਰ ਚੌਥੇ ਦਿਨ ਸੰਤ ਮਹਾਰਾਜ ਜੀ ਦੀ ਆਗਿਆ ਪਾ ਕੇ ਸਾਰੀ ਸੰਗਤ ਵਾਪਸ ਚੱਲ ਪਈ। ਰਸਤਾ ਪੈਦਲ ਵੀ ਤੇ ਨਾਲੇ ਕਠਿਨ ਵੀ ਸੀ। ਰਸਤੇ ਵਿੱਚ ਆਉਂਦੇ ਸਮੇਂ ਬੀਬੀ ਅਮਰ ਕੌਰ ਨੂੰ ਕਾਫੀ ਜ਼ੋਰ ਦਾ ਬੁਖਾਰ ਚੜ੍ਹ ਗਿਆ। ਦਾਤੇ ਨੇ ਕਸਵੱਟੀ ਲਾਈ, ਜਦ ਕਿ ਬੀਬੀ ਜੀ ਹੋਰ ਸੰਗਤ ਸਮੇਤ ਚੜ੍ਹੇ ਬੁਖਾਰ ਹੀ ਪੈਦਲ ਚੱਲ ਪਏ। ਸੰਗਤ ਨੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਹਜ਼ੂਰ ਨੇ ਸੁਣੀ ਅਣਸੁਣੀ ਕਰ ਦਿੱਤੀ। ਬੀਬੀ ਹੱਠ ਨਾਲ ਹੀ ਤੁਰੀ ਗਈ। ਕੱਚੇ ਇਰਾਦੇ ਜਾਂ ਨਰਮ ਦਿਲ ਵਾਲੇ ਬੀਬੀ ਅਮਰ ਕੌਰ ਜੀ ਦੀ ਕਸਵੱਟੀ ਦੇਖ ਡਹਿਲ ਗਏ। ਕਈ ਸੇਵਾ ਤੋਂ ਭਾਜ ਖਾ ਗਏ। ਇਹਨਾਂ ਵਿੱਚ ਤਨੂਲੀ ਨਗਰ ਦੀ ਬੀਬੀ ਭਗਵੰਤ ਕੌਰ ਜੀ, ਜੋ ਠੇਕੇਦਾਰ ਹੁਕਮ ਸਿੰਘ ਦੀ ਭੈਣ ਸੀ ਅਤੇ ਬਜਵਾੜੇ ਵਿਆਹੀ ਹੋਈ ਸੀ ਤੇ ਕਈ ਸਾਲ ਰੋਜ਼ ਹੀ ਸਵੇਰੇ ਸੰਤਾਂ ਦੇ ਦਰਸ਼ਨਾਂ ਵਾਸਤੇ ਬਜਵਾੜੇ ਤੋਂ ਪੈਦਲ ਆਉਣਾ, ਲੰਗਰ ਵਾਸਤੇ ਅੜਸਿਆਲ ਦੁੱਧ ਜਾਂ ਹੋਰ ਪਦਾਰਥ ਲੈ ਕੇ ਆਉਣਾ, ਉਸ ਦਾ ਮਨ ਵੀ ਬੀਬੀ ਅਮਰ ਕੌਰ ਦੀ ਕਸਵੱਟੀ ਦੇਖ ਕੇ ਪਿੱਛੇ ਹਟ ਗਿਆ। ਸੰਗਤ ਸਮੇਤ ਬੀਬੀ ਅਮਰ ਕੌਰ ਸੰਤਗੜ੍ਹ ਡੇਰੇ ਹੋ ਆਪਣੇ ਪਿੰਡ ਤਨੂਲੀ ਚਲੀ ਗਈ। ਕਾਫੀ ਦੇਰ ਤੋਂ ਬਾਅਦ ਬੁਖਾਰ ਲੱਥਾ। ਫਿਰ ਉਸੇ ਤਰ੍ਹਾਂ ਚੱਕੀ ਪੀਸਣ ਤੇ ਮੱਝਾਂ ਦੀ ਸੇਵਾ ਕਰਦੀ ਰਹੀ। ਇਸ ਤਰ੍ਹਾਂ ਸੇਵਾ ਕਰਦਾ ਹਿਰਦਾ ਸ਼ੁੱਧ ਹੋ ਗਿਆ। ਸਿਮਰਨ ਕਰਦਿਆਂ ਦੇ ਅਭਿਆਸ ਮਿਟ ਗਿਆ। ਫਿਰ ਹੌਲੀ ਹੌਲੀ ਸੰਸਾਰ ਦਾ ਭਾਵ ਹੋ ਗਿਆ। ਨਾਰੀ ਪੁਰਖ ਦਾ ਭੇਦ ਨਾ ਰਿਹਾ। ਸੰਤਾਂ ਦੀ ਕਿਰਪਾ ਦੁਆਰਾ ਸੁਰਤ ਉੱਚੀ ਹੋ ਗਈ। ਸੰਤ ਮਹਾਰਾਜ ਦੀ ਪੂਰਨ ਕਿਰਪਾ। ਫਿਰ ਇੱਕ ਦਿਨ ਮਹਾਂਪੁਰਖਾਂ ਦੀ ਬੀਬੀ ਅਮਰ ਕੌਰ ਜੀ ਨੂੰ ਆਗਿਆ ਹੋਈ ਕਿ ਤੁਸੀਂ ਆਪਣੇ ਸੰਤ ਬਾਣੇ ਵਿੱਚ ਪੂਰਨ ਤੌਰ 'ਤੇ ਸੱਜ ਜਾਵੋ। ਤਾਂ ਬੀਬੀ ਜੀ ਨੇ ਮਰਦਾਂ ਵਾਲੇ ਬਸਤਰ ਪਹਿਨ ਲਏ। ਸਿਰ 'ਤੇ ਗੋਲ ਦਸਤਾਰਾ, ਤੇੜ ਕਸ਼ਹਿਰਾ, ਕਲੀਆਂ ਵਾਲਾ ਨੀਲਾ ਚੋਲਾ ਪਹਿਨ ਲਿਆ। ਫਿਰ ਮਹਾਂਪੁਰਖਾਂ ਦੀ ਕਿਰਪਾ ਦੁਆਰਾ ਦਾੜੀ, ਜੋ ਪਹਿਲਾਂ ਬਿਲਕੁਲ ਥੋੜ੍ਹੀ ਸੀ ਪਰ ਬਾਅਦ ਵਿੱਚ ਦਾੜਾ ਚਿੱਟਾ ਤੇ ਭਰਵਾਂ ਹੋ ਗਿਆ। ਕੋਈ ਵੀ ਮਨੁੱਖ ਅਣਜਾਣ ਉਹਨਾਂ ਨੂੰ ਪਹਿਚਾਣ ਨਹੀਂ ਸੀ ਸਕਦਾ। 20-25 ਸਾਲ ਹਜ਼ੂਰ ਦੀ ਆਗਿਆ ਵਿੱਚ ਸੰਗਤ ਦੀ ਤੇ ਸੰਤਾਂ ਦੀ ਸੇਵਾ ਵਿੱਚ ਰਹੇ। ਯਥਾ ਆਗਿਆ ਸਮ ਨਹੀਂ ਸਾਹਿਬ ਸੇਵਾ। ਸੰਤਗੜ੍ਹ ਡੇਰੇ ਤੋਂ ਚੋ ਦੇ ਕਿਨਾਰੇ ਕਿਨਾਰੇ ਬੀਬੀ ਦੀ ਪੰਡੋਰੀ ਤੋਂ 1 ਮੀਲ, ਤਨੂਲੀ ਅਤੇ ਤਨੂਲੀ ਪਿੰਡ ਤੋਂ ਤਪੋਬਣ ਪੌਣਾ ਮੀਲ ਸੰਘਲੇ ਜੰਗਲ ਵਿੱਚ ਮਹਾਂਪੁਰਸ਼ਾਂ ਦੀ ਆਗਿਆ ਨਾਲ ਰਿਹਾਇਸ਼ ਕਰ ਲਈ। ਪਾਣੀ ਵਾਸਤੇ ਖੂਹੀ ਤੇ ਹਲਟੀ ਲੱਗ ਗਈ। ਫਿਰ ਕੁਝ ਕਮਰੇ ਵੀ ਬਣ ਗਏ। ਫਿਰ ਕੁਝ ਸੰਤ ਸੇਵੀ ਸ਼ਰਧਾਲੂ ਵੀ ਬੀਬੀ ਜੀ ਦੀ ਸੇਵਾ ਵਿੱਚ ਰਹਿਣ ਲੱਗ ਪਏ ਤੇ ਲੰਗਰ ਚੱਲ ਪਿਆ। ਮਹਾਂਪੁਰਖਾਂ ਦੀ ਪ੍ਰਤੱਖ ਰੂਪ ਵਿੱਚ ਬੀਬੀ ਜੀ ਨੂੰ ਦਰਸ਼ਨ ਦਿੰਦੇ ਤੇ ਬਚਨ ਕਰਦੇ ਕਿ ਅਸੀਂ ਤੁਹਾਡੇ ਸਦਾ ਹੀ ਅੰਗ ਸੰਗ ਹਾਂ। ਅੰਤਲੇ ਸਵਾਸਾਂ ਤੱਕ ਬੀਬੀ ਜੀ ਮਰਦਾਵੇਂ ਲਿਬਾਸ ਵਿੱਚ ਸੰਤ ਬਾਣੇ ਵਿੱਚ ਰਹੇ ਤੇ ਉੱਥੇ ਤਪੱਸਿਆ ਕਰਦੇ ਰਹੇ। ਮਹਾਰਾਜ ਜੀ ਦਾ ਵੀ ਇਹੋ ਬਚਨ ਸੀ ਕਿ ਇੱਥੇ ਹੀ ਤਪੱਸਿਆ ਕਰੋ, ਅਸੀਂ ਤੁਹਾਡੇ ਸਦਾ ਅੰਗ ਸੰਗ ਹਾਂ, ਕਿਸੇ ਚੀਜ਼ ਦਾ ਘਾਟਾ ਨਹੀਂ ਰਹੇਗਾ। ਸਮਾਂ ਪਾ ਕੇ ਮੁਰੱਬੇਬੰਦੀ ਦੌਰਾਨ ਕੁਟੀਆ ਦੇ ਨਾਲ ਦੀ ਜ਼ਮੀਨ ਸਰਦਾਰ ਜਗਤ ਸਿੰਘ ਨੂੰ ਅਲਾਟ ਹੋਈ। ਉਹ ਗਰੀਬ ਬਹੁਤ ਸੀ। ਮਹਾਂਪੁਰਖਾਂ ਨੇ ਉਸ ਦਾ ਮਨ ਪ੍ਰੇਰਿਆ। 21 ਕਨਾਲ ਜ਼ਮੀਨ ਉਸ ਨੇ ਕੁਟੀਆ ਦੇ ਨਾਲ ਲਗਾ ਦਿੱਤੀ। ਉਸ ਦੀ ਗਰੀਬੀ ਦੂਰ ਹੋ ਗਈ। ਫਿਰ ਜਗਤ ਸਿੰਘ ਨੇ ਸਰਦਾਰ ਤੇਜਾ ਸਿੰਘ ਦਰੀਏ ਵਾਲੇ ਇਸ ਨੇ ਵੀ ਜ਼ਮੀਨ ਦਿੱਤੀ ਸੀ ਤੇ ਫਲਾਦਾਰ ਬੂਟੇ ਤੇ ਸੁੰਦਰ ਫੁਲਵਾੜੀ ਲਗਾ ਦਿੱਤੀ। ਪਾਣੀ ਵਾਸਤੇ ਟਿਊਬਵੈੱਲ ਤੇ ਟੂਟੀਆਂ ਆਦਿ ਦਾ ਪ੍ਰਬੰਧ ਹੋ ਗਿਆ।
ਰਿਹਾਇਸ਼ ਵਾਸਤੇ ਕਮਰੇ ਬਣ ਗਏ। ਇਹ ਹੈ ਸੰਤਾਂ ਦੀ ਸੰਗਤ ਤੇ ਸੇਵਾ ਦਾ ਫਲ ਜੋ ਰਹਿੰਦੀ ਦੁਨੀਆ ਤੱਕ ਰਹੇਗਾ। ਸੰਤ ਮਹਾਰਾਜ ਜੀ 1957 ਈਸਵੀ ਨੂੰ ਸੱਚਖੰਡ ਜਾਣ ਤੋਂ ਬਾਅਦ ਵੀ ਬੀਬੀ ਜੀ ਨੂੰ ਪ੍ਰਤੱਖ ਦਰਸ਼ਨ ਕਈ ਵਾਰ ਦਿੰਦੇ ਰਹੇ ਤੇ ਆਪਣੀ ਭਰਪੂਰ ਕਿਰਪਾ ਕਰਦੇ ਰਹੇ। ਬੀਬੀ ਅਮਰ ਕੌਰ ਜੀ ਦੇ ਬਾਕੀ ਪਰਿਵਾਰ ਉੱਪਰ ਵੀ ਮਹਾਰਾਜ ਜੀ ਦੀ ਭਰਪੂਰ ਕਿਰਪਾ ਹੈ। ਇਸ ਕਲਯੁਗ ਦੇ ਭਿਆਨਕ ਸਮੇਂ ਵਿੱਚ ਇੱਕ ਬੀਬੀ ਜੀ ਭਾਵ ਜਨਾਨਾ ਚੋਲਾ ਗ੍ਰਹਿਣ ਕਰਕੇ ਇਤਨੀ ਸੇਵਾ, ਅਣਥੱਕ ਘਾਲਣਾ ਅਤੇ ਸਿੱਖੀ ਸ਼ਰੜ ਵਿੱਚ ਪੂਰਨ ਤੌਰ ਤੇ ਨਿਭ ਕੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਵਿਚਰਦਿਆਂ ਹੋਇਆਂ ਵਾਹਿਗੁਰੂ ਵਿੱਚ ਲਵਲੀਨ ਹੋਣ ਦੀ ਅਨੋਖੀ ਮਿਸਾਲ ਹੈ। ਇਹ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਦਾ ਅਦੁੱਤੀ ਕ੍ਰਿਸ਼ਮਾ ਹੈ ਜੋ ਆਤਮਾ ਨੂੰ ਜਗਾ ਕੇ ਪਰਮਾਤਮਾ ਵਿੱਚ ਲਵਲੀਨ ਕਰਨ ਦੇਣ ਲਈ ਪੂਰਨ ਤੌਰ ਤੇ ਸਦਾ ਸਮਰੱਥ ਹਨ। ਬੀਬੀ ਜੀ ਦਾ ਇੱਕ ਹੋਰ ਪ੍ਰਸੰਗ। ਬੀਬੀ ਅਮਰ ਕੌਰ ਨੇ ਆਪਣੇ ਘਰੋਂ ਮਹਾਂਪੁਰਖਾਂ ਵਾਸਤੇ ਗਊ ਤੇ ਬਹੁਤ ਅਨੋਖਾ ਵੱਛਾ ਲਿਆਉਣਾ। ਇਸ ਵੱਛੇ ਦੇ ਹੋਰ ਗੁਣ। ਬੀਬੀ ਅਮਰ ਕੌਰ ਇਸ ਗਊ ਦੇ ਵੱਛੇ ਦੀ ਅਤਿਅੰਤ ਪਿਆਰ ਸਹਿਤ ਸੇਵਾ ਕਰਦੇ ਸਨ। ਬੀਬੀ ਜੀ ਦੇ ਚਿੱਤ ਵਿੱਚ ਇਹ ਪਰਪੱਕ ਸ਼ਰਧਾ ਸੀ ਕਿ ਗਊ ਦਾ ਵੱਛਾ ਮੇਰੇ ਪੂਰਨ ਪੁਰਖਾਂ ਦਾ ਹੈ। ਇਸ ਗਊ ਦੇ ਵੱਛੇ ਦੀ ਸੇਵਾ ਕੀਤੀ ਹੋਈ ਵੇਖ ਸੰਤ ਮਹਾਰਾਜ ਜੀ ਪ੍ਰਸੰਨ ਹੋ ਗਏ। ਜਿਤਨੇ ਪਿਆਰ ਨਾਲ ਬੀਬੀ ਜੀ ਗਊ ਦੇ ਵੱਛੇ ਦੀ ਸੇਵਾ ਕਰਦੀ, ਉਤਨਾ ਹੀ ਗਊ ਦਾ ਵੱਛਾ ਵੀ ਬੀਬੀ ਨਾਲ ਪਿਆਰ ਕਰਦਾ। ਬਲਕਿ ਵੱਛਾ ਤਾਂ ਆਪਣੀ ਮਾਤਾ ਗਊ ਦੀ ਪਰਵਾਹ ਵੀ ਨਹੀਂ ਸੀ ਕਰਦਾ, ਇੰਨਾ ਪਿਆਰ ਕਰਦਾ ਸੀ ਬੀਬੀ ਜੀ ਨਾਲ। ਜਿੱਥੇ ਵੀ ਬੀਬੀ ਜੀ ਨੇ ਜਾਣਾ, ਵੱਛੇ ਨੇ ਬੀਬੀ ਦੇ ਮਗਰ ਮਗਰ ਜਾਣਾ। ਇੱਕ ਦਿਨ ਡੇਰੇ ਵਿੱਚ ਕਾਫੀ ਸਾਧੂ ਆਏ ਹੋਏ ਸਨ। ਸੰਤ ਮਹਾਰਾਜ ਨੇ ਬੀਬੀ ਨਾਲ ਵੱਛੇ ਦੀ ਪ੍ਰੀਤੀ ਪਰਖਣ ਵਾਸਤੇ ਬੀਬੀ ਜੀ ਨੂੰ ਜੋਤ ਵਾਲੇ ਚੁਬਾਰੇ ਵਿੱਚ ਬੰਦ ਕਰ ਦਿੱਤਾ, ਜਿਸ ਚੁਬਾਰੇ ਵਿੱਚ ਮੂਲ ਮੰਤਰ ਦਾ ਪਾਠ 8 ਪਹਿਰ ਹੁੰਦਾ ਹੈ। ਪਰ ਵੱਛੇ ਨੂੰ ਪਤਾ ਨਹੀਂ ਸੀ ਕਿ ਬੀਬੀ ਜੀ ਕਿੱਥੇ ਹਨ। ਜਦੋਂ ਵੱਛੇ ਨੂੰ ਖੋਲ੍ਹ ਕੇ ਛੱਡਿਆ ਤਾਂ ਵੱਛਾ ਜੋਤ ਵਾਲੇ ਚੁਬਾਰੇ ਦੇ ਚੁਗਿਰਦੇ ਗੇੜੇ ਕੱਢ ਕੇ ਫਿਰ ਜਿਸ ਜਗ੍ਹਾ ਤੋਂ ਚੁਬਾਰੇ ਨੂੰ ਪੌੜੀਆਂ ਚੜ੍ਹਦੀਆਂ ਸਨ, ਉਸ ਪੌੜੀਆਂ ਪਰ ਆਪਣਾ ਮੂੰਹ ਰੱਖ ਕੇ ਖਲੋ ਗਿਆ। ਇਸ ਤਰ੍ਹਾਂ ਬੀਬੀ ਜੀ ਨਾਲ ਵੱਛੇ ਦਾ ਪਿਆਰ ਤਾਕ ਕੇ ਸਿੰਘ ਬੜੇ ਪ੍ਰਸੰਨ ਤੇ ਹੈਰਾਨ ਹੋਏ। ਇਸੇ ਤਰ੍ਹਾਂ ਹੀ ਬਾਬਾ ਬਿਸ਼ਨ ਸਿੰਘ ਜੀ ਛੋਟੇ ਨੰਗਲ ਵਾਲਿਆਂ ਨੇ ਗਊ ਰੱਖੀ ਹੋਈ ਸੀ। ਉਸ ਗਊ ਦਾ ਵੀ ਵੱਛਾ ਸੀ। ਬਾਬਾ ਜੀ ਦੀ ਸੇਵਾ ਵਿੱਚ ਇੱਕ ਬੀਬੀ ਈਸ਼ਰ ਕੌਰ ਜੀ ਸਨ। ਬੀਬੀ ਈਸ਼ਰ ਕੌਰ ਜੀ ਨੇ ਬਾਬਾ ਬਿਸ਼ਨ ਸਿੰਘ ਜੀ ਦੇ ਹੁਕਮ ਨਾਲ ਇਸ ਗਊ ਦੇ ਵੱਛੇ ਦੀ ਬਹੁਤ ਸੇਵਾ ਕੀਤੀ। ਨਾਲ ਹੀ ਉਸ ਵੱਛੇ ਨੂੰ ਛਾਲਾਂ ਮਾਰਨੀਆਂ ਸਿਖਾਉਂਦੇ ਰਹੇ। ਸੋ ਵੱਛਾ ਛਾਲ ਮਾਰ ਕੇ ਮੰਜਾ ਟੱਪ ਜਾਇਆ ਕਰੇ। ਇੱਕ ਦਿਨ ਬਾਬਾ ਬਿਸ਼ਨ ਸਿੰਘ ਜੀ ਅਤੇ ਬੀਬੀ ਈਸ਼ਰ ਕੌਰ ਉਸ ਗਊ ਦੇ ਵੱਛੇ ਸਮੇਤ ਡੇਰੇ ਆ ਗਏ। ਬੀਬੀ ਅਮਰੋ ਦੇ ਗਊ ਦੇ ਵੱਛੇ ਨੂੰ ਬਾਬਾ ਬਿਸ਼ਨ ਸਿੰਘ ਜੀ ਤੱਕ ਕੇ ਕਹਿਣ ਲੱਗੇ ਕਿ ਮਹਾਰਾਜ ਜੀ, ਭਾਵੇਂ ਬੀਬੀ ਅਮਰੋ ਦੇ ਗਊ ਦੇ ਵੱਛੇ ਬੜੇ ਰਿਸ਼ਟ ਪੁਸ਼ਟ ਹਨ, ਪਰ ਸਾਡੇ ਵੱਛੇ ਵਾਂਗੂ ਸਰੀਖੀ ਖੇਲ ਨਹੀਂ ਕਰ ਸਕਦੇ। ਬਾਬਾ ਜੀ ਨੇ ਇੱਕ ਮੰਜਾ ਬਾਹੀ ਭਾਰ ਖੜਾ ਕਰਵਾਇਆ ਅਤੇ ਆਪਣੇ ਵੱਛੇ ਨੂੰ ਇਸ਼ਾਰਾ ਕੀਤਾ। ਉਸੇ ਸਮੇਂ ਬਾਬਾ ਜੀ ਦਾ ਵੱਛਾ ਛਾਲ ਮਾਰ ਕੇ ਮੰਜਾ ਟੱਪ ਗਿਆ। ਤਾਂ ਸੰਤਾਂ ਨੇ ਆਖਿਆ ਕਿ ਇਉਂ ਮੰਜਾ ਟੱਪ ਜਾਣਾ ਮਾਮੂਲੀ ਗੱਲ ਹੈ। ਤਾਂ ਬਾਬਾ ਬਿਸ਼ਨ ਸਿੰਘ ਜੀ ਨੇ ਕਿਹਾ ਕਿ ਮਹਾਰਾਜ ਜੀ, ਆਪ ਜੀ ਨੇ ਤਾਂ ਸਧਾਰਨ ਤਰੀਕੇ ਨਾਲ ਹੀ ਕਹਿ ਦਿੱਤਾ ਕਿ ਕੋਈ ਵੱਡੀ ਗੱਲ ਨਹੀਂ, ਤਾਂ ਆਪ ਜੀ ਆਪਣੇ ਵੱਛੇ ਤੋਂ ਛਾਲ ਮਰਵਾ ਕੇ ਦਿਖਾਓ। ਸੰਤਾਂ ਨੇ ਬਾਬਾ ਜੀ ਨੂੰ ਆਖਿਆ ਕਿ ਬਾਬਾ ਜੀ, ਇਸ ਵਾਰੀ ਤੁਸੀਂ ਆਪਣੇ ਵੱਛੇ ਤੋਂ ਛਾਲ ਮਰਵਾਓ। ਤਾਂ ਬਾਬਾ ਬਿਸ਼ਨ ਸਿੰਘ ਜੀ ਆਪਣੇ ਵੱਛੇ ਨੂੰ ਇਸ਼ਾਰਾ ਕੀਤਾ, ਸੋ ਵੱਛਾ ਛਾਲ ਮਾਰ ਕੇ ਮੰਜਾ ਟੱਪ ਗਿਆ। ਸੰਤਾਂ ਨੇ ਆਪਣੇ ਵੱਛੇ ਦਾ ਨਾਮ ਮਸਤ ਪਾਇਆ ਹੋਇਆ ਸੀ। ਸੰਤਾਂ ਨੇ ਆਪਣੇ ਵੱਛੇ ਨੂੰ ਆਖਿਆ ਕਿ ਮਸਤਾ, ਤੂੰ ਹੀ ਛਾਲ ਮਾਰ ਕੇ ਮੰਜਾ ਟੱਪ ਜਾ। ਸੰਤਾਂ ਦਾ ਬਚਨ ਸੁਣ ਕੇ ਡੇਰੇ ਦੇ ਵੱਛੇ ਨੇ ਛਾਲ ਮਾਰੀ ਤੇ ਮੰਜਾ ਟੱਪ ਗਿਆ। ਸਾਰੇ ਸਾਧੂ ਬੜੇ ਖੇੜਖੜਾ ਕੇ ਹੱਸ ਪਏ। ਫਿਰ ਸੰਤਾਂ ਨੇ ਕਿਹਾ, ਬਾਬਾ ਜੀ, ਇਹ ਇੱਕ ਹੀ ਮੰਜਾ ਨਹੀਂ ਬਲਕਿ 2 ਮੰਜੇ ਟੱਪ ਜਾਏਗਾ। ਸੰਤਾਂ ਨੇ ਹੁਕਮ ਅਨੁਸਾਰ ਦੂਸਰਾ ਮੰਜਾ ਵੀ ਖੜਾ ਕੀਤਾ ਗਿਆ ਤੇ ਸੰਤਾਂ ਨੇ ਵੱਛੇ ਨੂੰ ਫਿਰ ਹੁਕਮ ਕੀਤਾ ਕਿ ਮਸਤਾ 2 ਮੰਜੇ ਟੱਪ ਜਾ। ਸੰਤਾਂ ਦਾ ਹੁਕਮ ਸੁਣ ਕੇ ਵੱਛੇ ਨੇ ਛਾਲ ਮਾਰੀ ਤੇ ਦੋਵੇਂ ਮੰਜੇ ਟੱਪ ਗਿਆ। ਸੰਤਾਂ ਨੇ ਫੇਰ ਬੜੇ ਹਾਸ ਰਸ ਵਿੱਚ ਕਿਹਾ, ਬਾਬਾ ਜੀ, ਆਪ ਜੀ ਹੁਕਮ ਕਰੋ, ਬੀਬੀ ਦਾ ਵੱਛਾ ਹੋਰ ਵੀ ਮੰਜਾ ਟੱਪ ਸਕਦਾ। ਬੀਬੀ ਅਮਰੋ ਗਊ ਦੇ ਵੱਛੇ ਦੀ ਸੇਵਾ ਪ੍ਰੇਮ ਸਹਿਤ ਕਰਦੀ ਰਹੀ। ਵੱਛਾ ਬੜਾ ਤਾਕਤ ਵਾਲਾ ਹੋ ਗਿਆ ਤੇ ਜਵਾਨ ਅਵਸਥਾ ਹੋ ਗਈ। ਵੱਛਾ ਡੇਰੇ ਵਿੱਚ ਹੀ ਰੱਖ ਲਿਆ। ਬੜੇ ਦੇਰ ਤੱਕ ਡੇਰੇ ਵਿੱਚ ਸੇਵਾ ਕਰਕੇ ਆਪਣਾ ਜਨਮ ਸਫਲ ਕਰ ਗਿਆ।